ਐਲਕਾਨਾ ਨੇ ਜਲਦਬਾਜ਼ੀ ਕੀਤੀ ਅਤੇ ਦੂਸਰਾ ਵਿਆਹ ਕਰ ਲਿਆ। ਇਸ ਤਰ੍ਹਾਂ ਦੂਸਰਾ ਵਿਆਹ ਕਰਨ ਤੋਂ ਬਾਅਦ ਫਿਰ ਹੰਨਾ ਦਾ ਕੀ ਹੋਏਗਾ? ਉਸ ਦੀ ਦੂਸਰੀ ਪਤਨੀ ਪਨਿੰਨਾ ਲਗਾਤਾਰ ਬੱਚਿਆਂ ਨੂੰ ਜਨਮ ਦੇਣ ਲੱਗੀ। ਇੱਕ ਬੱਚੇ ਤੋਂ ਬਾਅਦ ਫਿਰ ਇੱਕ ਬੱਚਾ ਅਤੇ ਫਿਰ ਇੱਕ ਬੱਚਾ, ਫਿਰ ਇੱਕ ਬੱਚੇ ਤੋਂ ਬਾਅਦ ਫਿਰ ਬੱਚਾ ਜਨਮ ਲੱਗੀ। ਹੁਣ ਕੀ ਪਤਾ ਲੱਗਿਆ ਕਿ ਮੇਰੇ ਪਤੀ ਦੇ ਵਿੱਚ ਕੋਈ ਵੀ ਕਮੀ ਨਹੀਂ ਆ, ਕਿਉਂਕਿ ਦੂਸਰੀ ਔਰਤ ਦੇ ਦੁਆਰਾ ਬੱਚੇ ਹੋ ਰਿਹਾ, ਮੇਰੇ ਪਤੀ 'ਚ ਕਮੀ ਨਹੀਂ ਆ, ਮੇਰੇ ਵਿੱਚ ਹੀ ਕਮੀ ਆ। ਹੰਨਾ ਨੂੰ ਸਮਝ ਆ ਗਈ। ਉਸੇ ਸਮੇਂ ਉਹਦੇ ਘਰ 'ਚ ਰਹਿਣ ਵਾਲੀ ਉਹਦੀ ਭੈਣ ਪਨਿੰਨਾ ਉਹਦੇ ਜਨਮੇ ਹੋਏ ਬੱਚਿਆਂ ਦੇ ਦੁਆਰਾ ਹੰਨਾ ਨੂੰ ਕਹਿ ਸਕਦੀ ਸੀ ਕਿ ਤੂੰ ਕਿਉਂ ਦੁਖੀ ਹੋ ਰਹੀ ਆ, ਮੇਰੇ ਬੱਚੇ ਤੇਰੇ ਹੀ ਬੱਚੇ ਹੈ ਨਾ, ਮੇਰੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਪਾਲ ਸਕਦੀ ਆ ਨਾ। ਜੇ ਇਸ ਤਰ੍ਹਾਂ ਕਹਿੰਦੀ ਤਾਂ ਕਿੰਨਾ ਚੰਗਾ ਹੋਣਾ ਸੀ। ਪਤਾ ਨਹੀਂ ਕਿਉਂ ਕੁਝ ਲੋਕਾਂ ਦੇ ਮੂੰਹ 'ਚੋਂ ਚੰਗੀਆਂ ਗੱਲਾਂ ਨਿਕਲਦੀਆਂ ਨਹੀਂ, ਹਮੇਸ਼ਾ ਚੁਭਣ ਵਾਲੀਆਂ ਗੱਲਾਂ, ਐਸੀਆਂ ਗੱਲਾਂ, ਦੁੱਖ ਦੇਣ ਵਾਲੀਆਂ ਗੱਲਾਂ। ਇੱਕ ਤਾਂ ਬੱਚਿਆਂ ਨੂੰ ਜਨਮ ਨਾ ਦੇਣ ਦੇ ਕਾਰਨ ਉਹ ਦੁਖੀ ਹੋ ਰਹੀ ਆ ਅਤੇ ਦੂਸਰੇ ਪਾਸੇ ਪਨਿੰਨਾ ਉਸ ਨੂੰ ਦੁਖੀ ਕਰ ਰਹੀ ਆ। ਘਰ ਦੇ ਵਿੱਚ ਰਹਿਣ ਵਾਲੀ ਪਨਿੰਨਾ ਸਵੇਰ ਤੋਂ ਸ਼ਾਮ ਤੱਕ ਦੁੱਖ ਦੇ ਰਹੀ ਹੈ ਤਾਂ ਧੀਰਜ ਨਾਲ ਸਹਿੰਦੇ ਹੋਏ ਹੰਨਾ ਨੇ ਕੀ ਕੀਤਾ ਜਾਣਦੇ ਹੋ? ਉਹਦਾ ਵਿਰੋਧ ਨਹੀਂ ਕੀਤਾ। ਦੱਸਿਆ ਹੈ ਨਾ, ਧੀਰਜ ਦਾ ਵਿਰੋਧੀ ਸ਼ਬਦ ਜਲਦਬਾਜ਼ੀ, ਗੁੱਸਾ, ਕ੍ਰੋਧ। ਸੁਣੋ, ਘਰ ਦੇ ਵਿੱਚ ਨਾਲ ਰਹਿਣ ਇਸਤਰੀ ਇਸਤਰੀ ਉਸ ਨੂੰ ਦੁਖੀ ਕਰਨ ਤੇ, ਪਰੇਸ਼ਾਨ ਕਰਨ ਤੇ, ਤਕਲੀਫ ਦੇਣ ਤੇ ਵੀ ਉਹ ਧੀਰਜ ਰੱਖਣ ਵਾਲੀ ਇਸਤਰੀ ਹੈ। ਇਸ ਲਈ ਕੀ ਕਰਦੀ ਹੈ ਜਾਣਦੇ ਹੋ? ਵਿਰੋਧ ਦੇ ਵਿੱਚ ਇੱਕ ਵੀ ਸ਼ਬਦ ਉਹ ਨਹੀਂ ਬੋਲਦੀ ਸੀ, ਇੱਕ ਵੀ ਸ਼ਬਦ ਉਹ ਕਹਿ ਨਹੀਂ ਪਾਉਂਦੀ ਸੀ, ਨਾ ਹੀ ਪਤੀ ਨੂੰ ਦੱਸਦੀ ਸੀ। ਉਸ ਨੂੰ ਪਰੇਸ਼ਾਨ ਕਰਨ ਵਾਲੀ, ਤੰਗ ਕਰਨ ਵਾਲੀ ਭੈਣ ਦੇ ਨਾਲ ਲੜੀ ਨਹੀਂ। ਕਾਰਨ ਜਾਣਦੇ ਹੋ? ਧੀਰਜ ਰੱਖਣ ਵਾਲੀ ਇਸਤਰੀ ਸੀ। ਉਹਨੇ ਕੀ ਕੀਤਾ ਕਵਾਂਗੇ? ਸਿੱਧਾ ਪਰਮੇਸ਼ਵਰ ਕੋਲ ਜਾ ਕੇ ਪ੍ਰਾਰਥਨਾ ਕੀਤੀ, ਪਿਤਾ ਮੈਂ ਸਹਿ ਨਹੀਂ ਸਕਦੀ, ਮੈਂ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ, ਬੜੀ ਪਰੇਸ਼ਾਨ ਹਾਂ ਪਿਤਾ, ਪਤੀ ਦੇ ਕੀਤੇ ਗਲਤ ਕੰਮ ਨੂੰ ਮੈਂ ਬਰਦਾਸ਼ਤ ਨਹੀਂ ਕਰ ਪਾ ਰਹੀ, ਜਾ ਕੇ ਇਸ ਔਰਤ ਨਾਲ ਵਿਆਹ ਕਰ ਲਿਆ, ਉਹ ਮੇਰੇ ਲਈ ਮੁਸੀਬਤ ਬਣ ਗਈ ਆ। ਪਿਆਰਿਓ, ਹੰਨਾ ਆਲਰੇਡੀ ਦੁਖੀ ਸੀ ਅਤੇ ਪਤੀ ਉਸ ਨੂੰ ਹੋਰ ਦੁੱਖ ਦਿੰਦੇ ਹੋਏ ਇੱਕ ਗਲਤ ਫੈਸਲਾ ਕਰ ਚੁੱਕਿਆ। ਉਹ ਸਹਿਣ ਨਾ ਕਰ ਸਕੀ, ਦੁਖੀ ਹੋ ਗਈ। ਕੀ ਉਸਨੇ ਇਸ ਕਾਰਨ ਧਮਕੀ ਦਿੱਤੀ? ਕਿ ਇਸ ਕਾਰਨ ਪਰੇਸ਼ਾਨੀ ਕੀਤੀ? ਕਿ ਇਸ ਕਾਰਨ ਦੁੱਖ ਦਿੱਤਾ? ਨਹੀਂ ਪਿਆਰਿਓ, ਫਿਰ ਕੀ ਕੀਤਾ? ਪ੍ਰਾਰਥਨਾ ਕੀਤੀ। ਪਹਿਲਾ ਸ਼ੈਮੂਅਲ ਉਹਦਾ ਪਹਿਲਾ ਅਧਿਆਇ 15 ਤੇ 16ਵਾਂ ਵਚਨ। ਹੰਨਾ ਨੇ ਕਿਹਾ, ਨਹੀਂ ਹੇ ਪ੍ਰਭੂ, ਮੈਂ ਤਾਂ ਬਹੁਤ ਦੁਖੀ ਹਾਂ, ਮੈਂ ਤਾਂ ਨਾ ਦਾਖ ਮਧੂ ਪੀਤਾ ਹੈ ਅਤੇ ਨਾ ਹੀ ਮਦੀਰਾ ਪੀਤਾ। 16ਵਾਂ ਵਚਨ। ਆਪਣੀ ਦਾਸੀ ਨੂੰ ਓਛੀ ਇਸਤਰੀ ਨਾ ਸਮਝ, ਜੋ ਕੁਝ ਮੈਂ ਅਜੇ ਤੱਕ ਕਿਹਾ ਹੈ ਉਹ ਬਹੁਤ ਹੀ ਸ਼ੋਕਿਤ ਅਤੇ ਚਿੜਾਈ ਜਾਣ ਦੇ ਕਾਰਨ ਹੀ ਕਿਹਾ ਹੈ। ਬਹੁਤ ਹੀ ਚਿੜਾਈ ਜਾਣ ਦੇ ਕਾਰਨ। ਅਰਥ ਜਾਣਦੇ ਹੋ? ਪਨਿੰਨਾ ਇੰਨਾ ਚਿੜਾਇਆ ਕਰਦੀ ਸੀ ਕਿ ਉਹ ਹੱਦ ਤੋਂ ਵੱਧ ਚਿੜਾਇਆ ਕਰਦੀ ਸੀ। ਉਹ ਸਹਿਣ ਨਾ ਕਰ ਸਕੇ, ਇੰਨਾ ਚਿੜਾਉਂਦੀ ਸੀ। ਪਰ ਅਦਭੁਤ ਗੱਲ ਇਹ ਸੀ ਕਿ ਇੰਨਾ ਚਿੜਾਉਣ ਦੇ ਬਾਵਜੂਦ ਵੀ ਕਿਤੇ ਵੀ ਹੰਨਾ ਨੇ ਆਪਣੇ ਮੂੰਹ ਤੋਂ ਕੁਝ ਗਲਤ ਨਹੀਂ ਕਿਹਾ। ਬਹੁਤ ਚਿੜਾਏ ਜਾਣ ਦੇ ਕਾਰਨ ਮੈਂ ਦੁਖੀ ਹੋ ਕੇ, ਬਹੁਤ ਪਰੇਸ਼ਾਨ ਹੋ ਕੇ ਮੈਂ ਪਰਮੇਸ਼ਵਰ ਅੱਗੇ ਦੁਆ ਕਰ ਰਹੀ ਹਾਂ। ਮੇਰੇ ਘਰ ਦੇ ਵਿੱਚ ਬਹੁਤ ਹੀ ਦੁੱਖ ਦੇਣ ਵਾਲੇ ਹਾਲਾਤ ਬਣੇ ਆ, ਮੈਨੂੰ ਦੁੱਖ ਪਹੁੰਚਾਉਣ ਵਾਲੇ, ਪਰੇਸ਼ਾਨ ਕਰਨ ਵਾਲੇ, ਤਾਂ ਕਿ ਮੈਂ ਆਪਣੇ ਆਪ ਤੋਂ ਨਫ਼ਰਤ ਕਰਾਂ, ਮੇਰੇ ਘਰ ਦੇ ਵਿੱਚ ਹੀ ਹੈ। ਬਹੁਤ ਜ਼ਿਆਦਾ ਸਤਾਉਣ ਦੇ ਕਾਰਨ ਮੈਂ ਪਰਮੇਸ਼ਵਰ ਕੋਲ ਆਈ, ਪਰਮੇਸ਼ਵਰ ਕੋਲ ਆ ਕੇ ਰੋਈ। ਹੁਣ ਇੰਨਾ ਜ਼ਿਆਦਾ ਪਰਮੇਸ਼ਵਰ ਦੇ ਕੋਲ ਆ ਕੇ ਰੋਣ ਦਾ ਕਾਰਨ ਜਾਣਦੇ ਹੋ? ਦੁੱਖ ਦੇਣ ਵਾਲੇ ਸੀ। ਭੈਣੋ ਤੇ ਭਰਾਓ, ਇਹ ਗੱਲ ਤੁਹਾਡੇ ਜੀਵਨ ਦੇ ਵਿੱਚ ਸੱਚ ਹੈ ਨਾ? ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਕਿਉਂ ਪ੍ਰਾਰਥਨਾ ਕਰ ਰਹੇ ਹੋ? ਆਪਣੇ ਪਤੀ ਦੇ ਦੁੱਖ ਨੂੰ ਸਹਿਣ ਨਹੀਂ ਕਰ ਪਾ ਰਹੇ, ਇਸ ਲਈ। ਆਪਣੀ ਪਤਨੀ ਦੇ ਦੁੱਖ ਨੂੰ ਤੁਸੀਂ ਸਹਿਣ ਨਹੀਂ ਕਰ ਪਾ ਰਹੇ ਹੋ, ਇਸ ਲਈ ਗੋਡੇ ਟੇਕ ਰਹੇ ਹੋ। ਜੇ ਤੁਹਾਡੀ ਪਤਨੀ ਪਿਆਰ ਨਾਲ ਰਹੇਗੀ, ਕੀ ਤੁਸੀਂ ਪ੍ਰਭੂ ਕੋਲ ਆਓਗੇ? ਤੁਹਾਡਾ ਪਤੀ ਪਿਆਰ ਨਾਲ ਰਹੇਗਾ, ਕੀ ਤੁਸੀਂ ਪ੍ਰਭੂ ਕੋਲ ਆਓਗੇ? ਕੀ ਪ੍ਰਾਰਥਨਾ ਕਰੋਗੇ? ਧਿਆਨ ਨਾਲ ਸੁਣੋ, ਜਾਪਾਨ ਵਾਲੇ ਬਹੁਤ ਜ਼ਿਆਦਾ ਮੱਛੀ ਖਾਂਦੇ ਆ। ਉਹਨਾਂ ਨੂੰ ਮੱਛੀ ਬਹੁਤ ਪਸੰਦ ਹੈ, ਮੱਛੀਆਂ ਉਹਨਾਂ ਨੂੰ ਬਹੁਤ ਪਸੰਦ ਆ, ਇਸ ਲਈ ਉਹ ਲੋਕ ਮੱਛਲੀ ਖਾਣ ਵਾਲੇ ਲੋਕ ਆ ਅਤੇ ਮੱਛਲੀ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ ਉਸ ਸਮੇਂ। ਪਤਾ ਨਹੀਂ ਕਿਉਂ ਮੱਛੀਆਂ ਦੇ ਕਾਰੋਬਾਰ 'ਚ ਘਾਟਾ ਪੈਣ ਲੱਗਾ। ਇਸ ਤਰ੍ਹਾਂ ਜਦੋਂ ਨੁਕਸਾਨ ਹੋ ਰਿਹਾ ਸੀ, ਮੱਛੀਆਂ ਦੇ ਵਪਾਰੀਆਂ ਨੂੰ ਕੁਝ ਸਮਝ ਨਹੀਂ ਆਇਆ। ਜਦ ਸੋਚਿਆ ਫਿਰ ਸਮਝ ਆਇਆ, ਅਸੀਂ ਸਭ ਤੋਂ ਪਹਿਲਾਂ ਸਮੁੰਦਰ 'ਚ ਜਾਂਦੇ ਹਾਂ। ਬਹੁਤ ਹਫ਼ਤਿਆਂ ਤੋਂ ਬਾਅਦ
ਫੜੀਆਂ ਹੋਈਆਂ ਮਰੀਆਂ ਹੋਈਆਂ ਮੱਛੀਆਂ ਨੂੰ ਲਿਆ ਕੇ ਅਸੀਂ ਬਰਫ਼ ਦੇ ਵਿੱਚ ਰੱਖਦੇ ਹਾਂ ਤਾਂ ਇਸ ਲਈ ਬਰਫ਼ 'ਚ ਰੱਖੀਆਂ ਹੋਈਆਂ ਮੱਛੀਆਂ ਦੇ ਕਾਰਨ ਲੋਕਾਂ ਨੂੰ ਇਹਦਾ ਟੇਸਟ ਸਮਝ ਨਹੀਂ ਆ ਰਿਹਾ ਅਤੇ ਉਹਨਾਂ ਨੇ ਕੀ ਕੀਤਾ, ਫਿਰ ਉਹਨਾਂ ਨੇ ਇੱਕ ਫੈਸਲਾ ਕੀਤਾ। ਉਹ ਫੈਸਲਾ ਕੀ ਕੀਤਾ ਕਿ ਅਸੀਂ ਜਿਹੜੀਆਂ ਮੱਛੀਆਂ ਨੂੰ ਫੜਿਆ ਹੈ ਬਰਫ਼ 'ਚ ਰੱਖਣ ਨਾਲੋਂ ਚੰਗਾ ਹੈ ਕਿ ਇੱਕ ਬਹੁਤ ਵੱਡਾ ਟੈਂਕ ਬਣਾ ਕੇ ਉਸ ਟੈਂਕ ਦੇ ਵਿੱਚ ਪਾਣੀ 'ਚ ਰਹਿਣਗੀਆਂ, ਜਿਉਂਦੀਆਂ ਰਹਿਣਗੀਆਂ। ਇਹ ਸੋਚ ਕੇ ਇਹਨਾਂ ਨੇ ਇੱਕ ਚੰਗਾ ਫੈਸਲਾ ਕੀਤਾ, ਉਹਨਾਂ ਨੂੰ ਮਰਨ ਨਹੀਂ ਦਿੱਤਾ। ਉਹਨਾਂ ਨੂੰ ਕਿਨਾਰੇ ਤੇ ਜਿੰਦਾ ਲਿਆਉਣ ਲਈ ਲੋਕਾਂ ਨੇ ਜਦੋਂ ਉਛਲਦੀਆਂ ਹੋਈਆਂ ਮੱਛੀਆਂ ਨੂੰ ਵੇਖਿਆ, ਜ਼ਿੰਦਾ ਮੱਛੀਆਂ ਨੂੰ ਵੇਖਿਆ, ਕਾਰੋਬਾਰ ਵਧਣ ਲੱਗਾ। ਲੇਕਿਨ ਫਿਰ ਘਾਟਾ ਪੈ ਗਿਆ। ਕਾਰੋਬਾਰ ਕਿਉਂ ਘਟ ਗਿਆ? ਇਸ ਤਰ੍ਹਾਂ ਦਾ ਵਿਚਾਰ ਉਹਨਾਂ ਦੇ ਮਨ 'ਚ ਆਇਆ। ਅਸੀਂ ਮੱਛੀਆਂ ਨੂੰ ਫੜ ਕੇ ਲਿਆਉਂਦੇ ਹਾਂ, ਟੈਂਕ ਦੇ ਵਿੱਚ ਰੱਖ ਦਿੰਦੇ ਹਾਂ। ਮੱਛਲੀਆਂ ਤਾਂ ਸਮੁੰਦਰ ਦੇ ਵਿੱਚ ਉੱਠਦੇ ਹੋਏ ਬੜੇ ਐਕਟਿਵ ਹੋ ਕੇ ਰਹਿਣ ਵਾਲੀਆਂ ਮੱਛਲੀਆਂ ਨੂੰ ਜਦੋਂ ਅਸੀਂ ਇਸ ਟੈਂਕ 'ਚ ਪਾ ਦਿੱਤੀਆਂ, ਇਹ ਸੁਸਤ ਹੋ ਗਈਆਂ। ਉਹ ਜਿਉਂਦੀਆਂ ਤਾਂ ਹੈ ਪਰ ਉਹਨਾਂ ਦੇ ਵਿੱਚ ਜੀਵਨ ਨਹੀਂ ਆ, ਉਹਨਾਂ 'ਚ ਫੁਰਤੀ ਨਹੀਂ ਆ, ਇਸ ਲਈ ਉਹਨਾਂ 'ਚ ਜ਼ਿਆਦਾ ਸਵਾਦ ਨਹੀਂ ਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਅਦਭੁਤ ਫੈਸਲਾ ਲਿਆ। ਅਗਰ ਇਹ ਮੱਛੀਆਂ ਨੇ ਉਛਲਦੇ ਹੋਏ ਫੁਰਤੀ ਦੇ ਨਾਲ ਰਹਿਣਾ ਹੈ ਤਾਂ ਕੀ ਕਰਨਾ ਚਾਹੀਦਾ? ਇਸ ਤਰ੍ਹਾਂ ਉਹ ਸੋਚਣ ਲੱਗੇ। ਉਹਨਾਂ ਦੇ ਮਨ 'ਚ ਇੱਕ ਵਧੀਆ ਖਿਆਲ ਆਇਆ। ਉਸ ਤੇ ਉਹਨਾਂ ਨੇ ਗੌਰ ਕੀਤਾ ਅਤੇ ਉਸ ਦਿਨ ਤੋਂ ਉਹਨਾਂ ਦਾ ਮੱਛਲੀਆਂ ਦਾ ਵਪਾਰ ਦਿਨ ਦੁਗਣੀ ਰਾਤ ਚੁਗਣੀ ਵਧਣ ਲੱਗਾ। ਕਾਰੋਬਾਰ ਵਧੀਆ ਚੱਲਣ ਲੱਗਾ। ਅਸਲ 'ਚ ਉਹਨਾਂ ਨੇ ਕੀ ਕੀਤਾ? ਬਿਨਾਂ ਹਿੱਲੇ ਡੁੱਲੇ ਇਹਨਾਂ ਸੁਸਤ ਪਈਆਂ ਹੋਈਆਂ ਮੱਛਲੀਆਂ ਦੇ ਵਿੱਚ ਇੱਕ ਛੋਟੀ ਜਿਹੀ ਵੇਲ ਮੱਛਲੀ ਨੂੰ ਲਿਆ ਕੇ ਰੱਖ ਦਿੱਤਾ। ਇੱਕ ਛੋਟੀ ਜਿਹੀ ਵੇਲ ਮੱਛਲੀ ਨੂੰ ਲਿਆ ਕੇ ਰੱਖਣ ਤੇ ਕੀ ਉਹ ਚੁੱਪ ਰਹੇਗੀ? ਇਹ ਵੇਲ ਮੱਛੀ ਜਦੋਂ ਪਾਣੀ ਦੇ ਟੈਂਕ 'ਚ ਘੁੰਮ ਰਹੀ ਸੀ ਤਦ ਸਾਰੀਆਂ ਮੱਛੀਆਂ ਨੇ ਉਹਦੇ ਮੂੰਹ ਤੋਂ ਬਚਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਫਿਰ ਉਹ ਇੱਕ ਜਗ੍ਹਾ ਤੇ ਸਥਿਰ ਨਹੀਂ ਰਹੀਆਂ, ਬਹੁਤ ਜ਼ਿਆਦਾ ਐਕਟਿਵ ਹੋ ਗਈਆਂ, ਬਹੁਤ ਜ਼ਿਆਦਾ ਫੁਰਤੀਲੀਆਂ ਹੋ ਗਈਆਂ। ਕਈ ਵਾਰ ਪਰਮੇਸ਼ਵਰ ਸਾਨੂੰ ਆਤਮਿਕ ਤੌਰ ਤੇ ਐਕਟਿਵ ਬਣਾਉਣ ਦੇ ਲਈ, ਸਾਡੇ ਜੀਵਨ ਦੇ ਆਲਸਪਨ ਨੂੰ ਦੂਰ ਕਰਨ ਦੇ ਲਈ, ਪਰਮੇਸ਼ਵਰ ਸਾਡੇ ਆਤਮਿਕ ਜੀਵਨ 'ਚ ਸਾਨੂੰ ਅੱਗੇ ਵਧਾਉਣ ਲਈ ਕਈ ਵਾਰ ਵੇਲ ਮੱਛੀ ਨੂੰ ਆਗਿਆ ਦਿੰਦੇ ਆ। ਸਮਝ ਆਇਆ ਤੁਹਾਡਾ ਪਤੀ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਸਮਝ ਆਇਆ ਮੇਰੇ ਭਰਾਵੋ, ਤੁਹਾਡੀ ਪਤਨੀ ਇਸ ਤਰ੍ਹਾਂ ਕਿਉਂ ਵਿਵਹਾਰ ਕਰ ਰਹੀ ਆ? ਤੁਹਾਨੂੰ ਉਤਸ਼ਾਹਿਤ ਕਰਨ ਲਈ, ਜਾਗਰਿਤ ਕਰਨ ਦੇ ਲਈ, ਆਤਮਿਕ ਬਣਾਉਣ ਦੇ ਲਈ, ਤਾਂ ਕਿ ਤੁਸੀਂ ਗੋਡੇ ਟੇਕੋ। ਤੁਹਾਡੀ ਕੰਪਨੀ 'ਚ ਇੱਕ ਬੌਸ ਹੈ, ਉਹ ਵੱਡੀ ਵੇਲ ਹੈ। ਕਿਉਂ ਪਰਮੇਸ਼ਵਰ ਨੇ ਉਹ ਵੇਲ ਨੂੰ ਉੱਥੇ ਰੱਖਿਆ? ਨਹੀਂ ਤਾਂ ਤੁਸੀਂ ਵਿਗੜ ਜਾਣਾ ਸੀ। ਜੇ ਨਹੀਂ ਹੈ ਤਾਂ ਤੁਸੀਂ ਚਰਚ ਨਹੀਂ ਆਓਗੇ। ਜੇ ਉਹ ਨਾ ਹੋਵੇ ਤੁਸੀਂ ਗੋਡੇ ਨਾ ਟੇਕੋਗੇ। ਕੀ ਤੁਸੀਂ ਜਾਣਦੇ ਹੋ ਇੱਕ ਸੇਵਕ ਸੰਸਾਰ ਦੇ ਵਿੱਚ ਬੜਾ ਮਹਾਨ ਅਖਵਾਇਆ, ਮੈਥੋਡਿਸਟ ਕਲੀਸਿਆ ਦਾ ਪਾਸਟਰ ਜੌਨ ਵੈਸਲੀ, ਉਹ ਬੜੀ ਮਿਹਨਤ ਦੇ ਨਾਲ ਸੇਵਾ ਕਰਦਾ ਸੀ। ਸੇਵਾ ਕਰਕੇ ਜਦੋਂ ਉਹ ਘਰੇ ਆਉਂਦਾ ਸੀ ਤਿਆਰ ਰਹਿੰਦੀ ਸੀ। ਕਿਉਂ? ਉਹਦੇ ਨਾਮ ਤੇ ਆਈਆਂ ਹੋਈਆਂ ਚਿੱਠੀਆਂ ਨੂੰ ਲੈ ਕੇ। ਉਹ ਚਿੱਠੀਆਂ 'ਚ ਕੀ ਸੀ? ਕਿਸੇ ਇੱਕ ਲੜਕੀ ਜਾਂ ਫਿਰ ਆਂਟੀ ਨੇ ਲਿਖਿਆ ਹੋਏਗਾ, ਮੇਰੇ ਪਿਆਰੇ ਜੌਨ। ਜੇ ਇਹ ਲਿਖਿਆ ਹੋਵੇ ਉਸ ਨੂੰ ਲੈ ਕੇ ਬੈਠ ਜਾਂਦੀ ਸੀ। ਮੇਰੇ ਪਿਆਰੇ ਜੌਨ ਕਿਉਂ ਲਿਖ ਰਹੀ ਆ? ਇਹ ਸਭ ਕਦੋਂ ਤੋਂ ਚੱਲ ਰਿਹਾ ਹੈ? ਕੀ ਚੱਲ ਰਿਹਾ ਹੈ? ਉਹੀ ਇਹ ਚੱਕਰ। ਕੀ ਚੱਕਰ? ਅੱਛਾ, ਬਿਨਾਂ ਕਿਸੇ ਚੱਕਰ ਤੋਂ ਤੁਸੀਂ ਡੀਅਰ ਜੌਨ ਬਣ ਗਏ। ਬਸ ਲੜਾਈ ਸ਼ੁਰੂ। ਉਹ ਲੜਾਈ ਇੱਥੋਂ ਤੱਕ ਪਹੁੰਚ ਜਾਂਦੀ ਸੀ ਕਿ ਉਹ ਚੀਕਾਂ ਮਾਰਦੀ ਸੀ, ਚਿল্ਲਾਉਂਦੀ ਸੀ। ਬਹੁਤ ਹੀ ਗੁੱਸੇ 'ਚ ਆ ਕੇ ਜੌਨ ਵੈਸਲੀ ਦੇ ਲੰਬੇ ਵਾਲ ਸੀ, ਉਹਨਾਂ ਵਾਲਾਂ ਨੂੰ ਫੜ ਕੇ ਉਹ ਖਿੱਚਦੀ ਸੀ। ਇਹ ਸਭ ਵੇਖ ਕੇ ਉਹਨਾਂ ਦੇ ਨਾਲ ਰਹਿਣ ਵਾਲੇ ਚੇਲੇ ਇਹ ਵੇਖ ਕੇ ਗੁੱਸੇ 'ਚ ਆ ਜਾਂਦੇ ਸੀ। ਅਤੇ ਜਦੋਂ ਗੁੱਸਾ ਠੰਡਾ ਹੋ ਜਾਂਦਾ ਅਤੇ ਜਦੋਂ ਉਹ ਚਲੇ ਜਾਂਦੇ, ਗੁਰੂ ਜੀ ਸਾਨੂੰ ਇੱਕ ਮੌਕਾ ਦਿਓ, ਅਸੀਂ ਇਸ ਨੂੰ ਵੇਖ ਲਵਾਂਗੇ। ਜੌਨ ਵੈਸਲੀ ਇਸ ਤਰ੍ਹਾਂ ਕਿਹਾ ਕਰਦੇ ਸੀ। ਧਿਆਨ ਨਾਲ ਸੁਣੋ। ਕਿਉਂ ਮੇਰੀ ਪਤਨੀ ਇਸ ਤਰ੍ਹਾਂ ਵਿਵਹਾਰ ਕਰਦੀ ਜਾਣਦੇ ਹੋ? ਬਿਨਾਂ ਕਿਸੇ ਕਾਰਨ ਤੋਂ। ਸਰ, ਅਸੀਂ ਚੰਗੀ ਤਰ੍ਹਾਂ ਤੁਹਾਨੂੰ ਜਾਣਦੇ ਹਾਂ। ਜੇ ਫਿਰ ਵੀ ਇਸ ਤਰ੍ਹਾਂ ਵਿਵਹਾਰ ਕਰ ਰਹੀ ਹੈ, ਉਹਦੇ 'ਚ ਦੁਸ਼ਟ ਆਤਮਾ ਹੈ। ਨਹੀਂ, ਫਿਰ ਮੇਰੇ ਵਿੱਚ ਧੀਰਜ ਅਤੇ ਸਹਿਨਸ਼ੀਲਤਾ ਘੱਟ ਹੈ, ਇਸ ਲਈ ਮੈਨੂੰ ਸਿਖਾਉਣ ਦੇ ਲਈ ਹੀ ਪਰਮੇਸ਼ਵਰ ਇਸ ਦੁੱਖ ਨੂੰ ਭੇਜ ਰਿਹਾ ਹੈ। ਇਸ ਨੂੰ ਕਿਵੇਂ ਕਹਿ ਸਕਦੇ ਹਾਂ ਪਿਆਰਿਓ? ਸਮਝ ਗਿਆ ਕਿ ਕਲੇਸ਼ ਹੀ ਧੀਰਜ ਦਿੰਦੇ ਆ ਅਤੇ ਉਹ ਕਲੇਸ਼ ਤੁਹਾਡੇ ਪਤੀ ਜਾਂ ਪਤਨੀ ਦੁਆਰਾ ਹੋ ਸਕਦਾ ਹੈ, ਤੁਹਾਡੀ ਸੱਸ ਦੇ ਕਾਰਨ ਹੋ ਸਕਦਾ, ਪਰਿਵਾਰ ਦੇ ਮੈਂਬਰਾਂ ਦੁਆਰਾ ਹੋ ਸਕਦਾ। ਭੈਣੋ ਤੇ ਭਰਾਓ, ਧਿਆਨ ਨਾਲ ਸੁਣੋ। ਇਸ ਲਈ ਕਹਿ ਰਿਹਾ, ਪਤੀ ਦੇ ਨਾਲ, ਪਤਨੀ ਦੇ ਨਾਲ, ਬੱਚਿਆਂ ਦੇ ਨਾਲ, ਵੱਡਿਆਂ ਦੇ ਨਾਲ, ਹਰ ਇੱਕ ਜਨ ਦੇ ਨਾਲ, ਇਹਨਾਂ ਸਭ ਨੂੰ ਅਸੀਂ ਕੀ ਦਿਖਾਉਣਾ ਹੈ ਜਾਣਦੇ ਹੋ? ਧੀਰਜ ਨੂੰ। ਇਹਨਾਂ ਦਿਨਾਂ 'ਚ ਧੀਰਜ
ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ। ਫਾਸਟ ਵਾਲਾ ਯੁੱਗ ਹੈ। ਪਤੀ ਨੌਕਰੀ ਕਰਨ ਗਿਆ, ਪਤਨੀ ਸ਼ਾਪਿੰਗ ਕਰਨ ਗਈ ਅਤੇ ਇਹ ਦੋਨੇ ਰਾਤ ਨੂੰ 9 ਵਜੇ ਘਰੇ ਆਏ। ਪਤੀ ਨੇ ਕਿਹਾ, ਜਲਦੀ ਨਾਲ ਕੁਝ ਬਣਾ, ਮੈਨੂੰ ਬੜੀ ਭੁੱਖ ਲੱਗੀ ਆ। ਕਹਿਣ ਤੇ ਬਸ ਥੋੜੀ ਦੇਰ ਤੱਕ 20 ਮਿੰਟਸ ਦੇ ਵਿੱਚ ਆ ਜਾਏਗਾ ਜੀ। ਕੀ ਆ ਜਾਏਗਾ ਕਹਿ ਰਹੀ ਆ? ਫੋਨ ਤੇ ਆਰਡਰ ਦਿੱਤਾ, 20 ਮਿੰਟਸ 'ਚ ਆ ਜਾਏਗਾ। ਉਸ ਨੇ ਵੀ ਕਿਹਾ, ਸਹੀ ਹੈ, 20 ਮਿੰਟਸ 'ਚ ਮੈਨੂੰ ਵੀ ਆ ਜਾਏਗਾ। ਤੁਹਾਨੂੰ ਕੀ ਆਏਗਾ ਜੀ? ਕੀ ਆਏਗਾ ਤੁਹਾਨੂੰ? ਆਰਡਰ ਦੇਣ ਤੇ ਭੋਜਨ ਆਏਗਾ ਜੀ। ਮੈਂ ਵੀ ਆਰਡਰ ਦਵਾਂਗਾ ਤਾਂ ਵੈਸ਼ਿਆ ਆ ਜਾਏਗੀ। ਹਾਂ, 20 ਮਿੰਟ 'ਚ ਵੈਸ਼ਿਆ ਆ ਜਾਏਗੀ? ਹਾਂ, ਆ ਜਾਏਗੀ। ਧਿਆਨ ਨਾਲ ਸੁਣੋ, ਪਤੀ ਕਹਿ ਰਿਹਾ ਹੈ, ਘਰ ਦੇ ਵਿੱਚ ਪਤਨੀ ਦੇ ਰੂਪ 'ਚ ਤੈਨੂੰ ਖਾਣਾ ਬਣਾਉਣ 'ਚ ਪਰੇਸ਼ਾਨੀ ਹੋ ਰਹੀ ਆ ਅਤੇ ਮੈਨੂੰ ਫਿਰ ਘਰਵਾਲੀ ਕਿਉਂ ਚਾਹੀਦੀ ਹੈ ਤਾਂ ਉਹ 20 ਮਿੰਟਾਂ ਦੇ ਵਿੱਚ ਆ ਜਾਏਗੀ। ਇਹ ਹੈ ਅੱਜ ਦੇ ਪਰਿਵਾਰਾਂ ਦੇ ਹਾਲਾਤ। ਮਾਤਾਓ ਧਿਆਨ ਨਾਲ ਸੁਣੋ, ਉਸੇ ਤਰ੍ਹਾਂ ਪਤੀਓ ਅਤੇ ਪਤਨੀਓ ਧਿਆਨ ਨਾਲ ਸੁਣੋ। ਅੱਜ ਲੋਕਾਂ 'ਚ ਕਿਸ ਚੀਜ਼ ਦੀ ਕਮੀ ਹੈ ਜਾਣਦੇ ਹੋ? ਧੀਰਜ ਦੀ, ਸਬਰ ਦੀ, ਭੋਜਨ ਬਣਾਉਣ ਵਾਲੀਆਂ ਔਰਤਾਂ ਦੀ ਕਮੀ ਹੈ, ਪਿਆਰ ਕਰਨ ਵਾਲੇ ਪਤੀਆਂ ਦੀ ਕਮੀ ਆ, ਮਾਵਾਂ ਦੀ ਕਮੀ ਆ, ਪਿਤਾ ਦੀ ਕਮੀ ਆ। ਧਿਆਨ ਨਾਲ ਸੁਣੋ, ਜਦੋਂ ਮਾਂ ਚੰਗੀ ਤਰ੍ਹਾਂ ਬਣਾ ਕੇ ਦਿੰਦੀ ਆ ਤਾਂ ਬੱਚੇ ਮਿਲ ਕੇ ਖਾਂਦੇ ਆ। ਉਹ ਮਾਂ ਜਦੋਂ ਖਾਣਾ ਬਣਾਉਂਦੀ ਰਹਿੰਦੀ ਆ, ਇਹ ਬੱਚੇ ਵੇਖਦੇ ਰਹਿੰਦੇ ਆ, ਉਹਨਾਂ ਦੀ ਭੁੱਖ ਵੱਧਦੀ ਰਹਿੰਦੀ ਆ। ਹੋਰ ਭੁੱਖ ਲੱਗਦੀ ਆ, ਜਲਦੀ ਮੰਮੀ, ਬਣ ਗਿਆ ਬੇਟੇ, ਬਣ ਗਿਆ ਬੇਟੇ ਕਹਿੰਦੇ ਹੋਏ ਇਹਨਾਂ ਨੂੰ ਜਿੰਨੀ ਜ਼ਿਆਦਾ ਭੁੱਖ ਲੱਗਦੀ ਹੈ ਓਨੀ ਹੀ ਜ਼ਿਆਦਾ, ਦੱਸੋ, ਟੇਸਟ ਵੱਧ ਜਾਂਦਾ ਹੈ, ਹਾਂ ਜਾਂ ਨਾ? ਮਾਂ ਜਦੋਂ ਇਸ ਤਰ੍ਹਾਂ ਬਣਾਉਂਦੀ ਰਹਿੰਦੀ ਹੈ ਤਾਂ ਇਹ ਸਭ ਵੇਖਣ ਵਾਲੇ ਬੱਚਿਆਂ ਨੂੰ ਪਤਾ ਚੱਲਦਾ ਹੈ ਕਿ ਸਾਡੀ ਮਾਂ ਸਾਡੇ ਨਾਲ ਕਿੰਨਾ ਪਿਆਰ ਕਰਦੀ ਆ। ਜਲਦੀ ਦੋ ਮੰਮੀ ਕਹਿਣ ਤੇ ਇਡਲੀ ਦੇਣ ਤੋਂ ਬਾਅਦ ਉਹਦੇ 'ਚ ਥੋੜਾ ਜਿਹਾ, ਉਸ ਇਡਲੀ ਦੇ ਉੱਪਰ ਥੋੜਾ ਜਿਹਾ ਘਿਓ ਪਾ ਕੇ ਥੋੜੀ ਜਿਹੀ ਚਟਨੀ ਪਾਉਂਦੀ ਆ। ਕਿ ਮੰਮੀ ਇਹ ਸਭ ਪਾਉਣਾ ਜ਼ਰੂਰੀ ਹੈ? ਨਹੀਂ, ਇਹ ਪਾਉਣ ਤੇ ਤੁਸੀਂ ਚੰਗੀ ਤਰ੍ਹਾਂ ਖਾਓਗੇ ਬੇਟੇ, ਸਵਾਦ ਵੀ ਜ਼ਿਆਦਾ ਆਵੇਗਾ। ਤੁਹਾਨੂੰ ਭੁੱਖ ਲੱਗੀ ਹੈ ਨਾ? ਦੇਰੀ ਹੋਣ ਤੇ ਜ਼ਿਆਦਾ ਭੁੱਖ ਲੱਗਦੀ ਆ ਅਤੇ ਜ਼ਿਆਦਾ ਭੁੱਖ ਲੱਗਣ ਤੇ ਟੇਸਟ ਜ਼ਿਆਦਾ ਆਉਂਦਾ ਹੈ। ਹਾਂ ਕਹਿਣ ਵਾਲੇ ਤਾਲੀ ਵਜਾਓ। ਕੁਝ ਲੋਕ ਤਾਂ ਤਾਲੀਆਂ ਵੀ ਨਹੀਂ ਵਜਾ ਰਹੇ ਆ। ਬ੍ਰਦਰ ਤੁਸੀਂ ਦੱਸ ਰਹੇ ਹੋ, ਲੇਕਿਨ ਤੁਸੀਂ ਇਡਲੀ ਕਹਿ ਰਹੇ ਹੋ, ਫਿਰ ਉਹਦੇ 'ਚ ਥੋੜਾ ਜਿਹਾ ਘਿਓ ਕਹਿ ਰਹੇ ਹੋ ਅਤੇ ਥੋੜੀ ਚਟਨੀ ਕਹਿ ਰਹੇ ਹੋ। ਕਿਉਂ ਬ੍ਰਦਰ ਇਸ ਤਰ੍ਹਾਂ ਖਾਣ ਦੀ ਇੱਛਾ ਸਾਡੇ 'ਚ ਪੈਦਾ ਕਰ ਰਹੇ ਹੋ? ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਧਿਆਨ ਨਾਲ ਸੁਣੋ ਭੈਣੋ, ਇੱਕ ਦਿਨ ਜਦੋਂ ਮੈਂ ਆਫਿਸ ਦੇ ਵਿੱਚ ਸੀ, ਮੇਰਾ ਕੈਰੇਜ ਆਇਆ। ਕੈਰੇਜ ਆਉਣ ਤੇ ਮੈਂ ਭੋਜਨ ਕਰ ਰਿਹਾ ਸੀ, ਉਹਦੇ ਵਿੱਚ ਚਟਨੀ ਸੀ, ਨਾਰੀਅਲ ਦੀ ਚਟਨੀ। ਉਸ ਨਾਰੀਅਲ ਦੀ ਚਟਨੀ ਨੂੰ ਖਾਧਾ ਅਤੇ ਪਹਿਲਾ ਨਿਵਾਲਾ ਮੂੰਹ 'ਚ ਜਦੋਂ ਪਾਇਆ ਤਾਂ ਦੂਸਰਾ, ਤੀਸਰਾ, ਚੌਥਾ ਨਿਵਾਲਾ, ਜਿੰਨੇ ਚਾਵਲ ਮੈਂ ਲਏ ਸੀ ਉਹ ਸਾਰੇ ਉਸ ਨਾਰੀਅਲ ਦੀ ਚਟਨੀ ਨਾਲ ਹੀ ਖਾ ਲਏ। ਫਿਰ ਮੈਂ ਕਿਹਾ, ਇਹ ਨਾਰੀਅਲ ਦੀ ਚਟਨੀ ਇੰਨੀ ਟੇਸਟੀ ਆ ਕਿ ਮੇਰੀ ਮਾਂ ਵੀ ਇਸੇ ਤਰ੍ਹਾਂ ਬਣਾਉਂਦੀ ਸੀ। ਇਸ ਤਰ੍ਹਾਂ ਕਿਹਾ। ਜਿਹੜਾ ਲੈ ਕੇ ਆਇਆ ਸੀ ਉਹ ਭਰਾ ਕਹਿਣ ਲੱਗਾ, ਅੱਜ ਮੰਮੀ ਜੀ ਆਏ ਹੈ, ਮੰਮੀ ਜੀ ਨੇ ਹੀ ਨਾਰੀਅਲ ਦੀ ਚਟਨੀ ਨੂੰ ਬਣਾਇਆ ਹੈ। ਭੈਣੋ ਤੇ ਭਰਾਓ ਧਿਆਨ ਨਾਲ ਸੁਣੋ, ਸਕੂਲ 'ਚ ਪੜ੍ਹਦੇ ਸਮੇਂ ਅਸੀਂ ਮਾਂ ਦੇ ਬਣਾਏ ਖਾਣੇ ਨੂੰ ਖਾਂਦੇ ਸੀ, ਲੇਕਿਨ ਜੀਭ ਉਹ ਸਵਾਦ ਨੂੰ ਨਹੀਂ ਭੁੱਲੀ, ਮਾਂ ਦੇ ਹੱਥ ਨਾਲ ਬਣਾਏ ਹੋਏ ਉਸ ਭੋਜਨ ਨੂੰ। 35 ਸਾਲ ਹੋਣ ਦੇ ਬਾਵਜੂਦ ਵੀ ਉਸ ਮਾਂ ਦੇ ਹੱਥਾਂ ਨਾਲ ਬਣਾਏ ਗਏ ਉਸ ਭੋਜਨ ਦੇ ਸਵਾਦ ਨੂੰ ਇੰਨੇ ਸਾਲਾਂ ਤੋਂ ਬਾਅਦ ਇਹ ਜੀਭ ਭੁੱਲੀ ਨਹੀਂ, ਮਾਂ ਦੇ ਹੱਥਾਂ ਦੇ ਭੋਜਨ ਦੇ ਸਵਾਦ ਨੂੰ। ਪਰ ਅੱਜ ਦੇ ਦਿਨਾਂ ਵਿੱਚ ਬੱਚਿਆਂ ਨੂੰ ਮਾਂ ਦੇ ਬਣਾਏ ਹੋਏ ਭੋਜਨ ਦਾ ਸਵਾਦ ਨਹੀਂ ਮਿਲ ਰਿਹਾ। ਕਾਰਨ ਜਾਣਦੇ ਹੈ ਕਿਉਂ? ਦੁਨੀਆ ਫਾਸਟ ਹੋ ਗਈ ਆ, ਫਾਸਟ ਯੁੱਗ ਹੈ। ਇਸ ਲਈ ਦੱਸ ਰਿਹਾ ਹਾਂ, ਮਾਂ ਦੇ ਰੂਪ 'ਚ ਮੈਂ ਦੱਸਿਆ ਨਾ, ਧੀਰਜ ਚਾਹੀਦਾ ਹੈ। ਪਿਆਰਿਓ, ਪਤੀ ਦੇ ਨਾਲ, ਪਤਨੀ ਦੇ ਨਾਲ, ਬੱਚਿਆਂ ਦੇ ਨਾਲ ਅਤੇ ਵੱਡਿਆਂ ਦੇ ਨਾਲ ਅਤੇ ਹਰ ਇੱਕ ਜਨ ਦੇ ਨਾਲ ਕੀ ਰੱਖਣਾ ਹੈ? ਧੀਰਜ ਰੱਖਣਾ ਹੈ। ਚਾਰਲਿਸ ਵੈਸਲੀ ਯਾਨੀ ਜੌਨ ਵੈਸਲੀ ਦਾ ਭਰਾ, ਮਾਂ ਦਾ ਨਾਮ ਸੁਜ਼ੰਨਾ। ਇੱਕ ਪਾਦਰੀ ਜਦੋਂ ਉਹਨਾਂ ਦੇ ਘਰ 'ਚ ਆ ਕੇ ਬੈਠਾ, ਗੱਲ ਕਰ ਰਹੇ ਸੀ, ਚਾਰਲਿਸ ਨਾਮ ਦੇ ਉਹ ਲੜਕੇ ਨੇ ਆ ਕੇ ਕਿਹਾ, ਮਾਂ ਇਹ ਸਵਾਲ ਦਾ ਜਵਾਬ ਕੀ ਹੈ ਪੁੱਛਿਆ। ਉਸਨੇ ਉੱਤਰ ਦਿੱਤਾ ਅਤੇ ਫਿਰ ਥੋੜੀ ਦੇਰ ਤੋਂ ਬਾਅਦ ਆ ਕੇ ਕਿਹਾ, ਮਾਂ ਇਸ ਸਵਾਲ ਦਾ ਜਵਾਬ ਕੀ ਆ, ਫਿਰ ਤੋਂ ਦੱਸੋ। ਫਿਰ ਤੋਂ ਥੋੜੀ ਦੇਰ ਬਾਅਦ ਆ ਕੇ, ਮੰਮੀ ਹੁਣੇ ਉੱਤਰ ਦੱਸਿਆ ਸੀ ਨਾ, ਉਹ ਕੀ ਹੈ? ਫਿਰ ਦੱਸਿਆ। ਫਿਰ ਤੋਂ ਆ ਕੇ ਕਹਿਣ ਲੱਗਾ, ਮਾਂ ਜੀ ਤੁਸੀਂ ਕੁਝ ਹੋਰ ਨਾ ਸੋਚਿਓ, ਫਿਰ ਤੋਂ ਦੱਸੋ।
ਇਹ ਸਭ ਉਹ ਪਾਦਰੀ ਵੇਖ ਰਿਹਾ ਸੀ। ਉਸ ਪਾਦਰੀ ਨੂੰ ਗੁੱਸਾ ਆਉਣ ਲੱਗਾ। 7ਵੀਂ ਵਾਰ ਆਇਆ, ਮੰਮੀ ਤੁਸੀਂ ਦੱਸਿਆ ਸੀ ਨਾ ਉਹ ਉੱਤਰ ਕੀ ਹੈ ਮੰਮੀ? ਮਾਂ ਨੇ 7ਵੀਂ ਵਾਰ ਦੱਸਿਆ। ਇਸ ਨੂੰ ਵੇਖ ਕੇ ਮਾਂ ਪਰੇਸ਼ਾਨ ਨਹੀਂ ਹੋਈ, ਪੁੱਛਣ ਵਾਲਾ ਬੇਟਾ ਪਰੇਸ਼ਾਨ ਨਹੀਂ ਹੋਇਆ, ਪਾਦਰੀ ਪਰੇਸ਼ਾਨ ਹੋ ਗਿਆ। ਕਹਿਣ ਲੱਗਾ ਭੈਣ ਇਹ ਕੀ ਹੈ? ਉਹ ਉਹੀ ਸਵਾਲ ਪੁੱਛ ਰਿਹਾ, ਤੁਸੀਂ ਉਹੀ ਉੱਤਰ ਦੇ ਰਹੇ ਹੋ। ਮੈਂ ਵੇਖ ਰਿਹਾ ਹਜੇ ਤੱਕ 7 ਵਾਰ ਹੋ ਗਿਆ, ਇਸ ਤਰ੍ਹਾਂ ਉੱਤਰ ਤੁਸੀਂ ਕਿਉਂ ਦੇ ਰਹੇ ਹੋ? ਮਾਂ ਨੇ ਕਿਹਾ ਉਸ ਨੂੰ 6 ਵਾਰ ਦੱਸਣ ਤੇ ਵੀ ਮੇਰਾ ਉੱਤਰ ਉਸ ਨੂੰ ਸਮਝ ਨਹੀਂ ਆਇਆ। ਜੇ ਮੈਂ 7ਵੀਂ ਵਾਰ ਨਹੀਂ ਦੱਸਦੀਆਂ ਤਾਂ 6 ਵਾਰ ਮੇਰਾ ਦੱਸਿਆ ਹੋਇਆ ਉੱਤਰ ਵਿਅਰਥ ਹੋ ਜਾਏਗਾ, ਮੇਰਾ ਬੱਚਾ ਵੀ ਨਾ ਸਮਝ ਰਹਿ ਜਾਏਗਾ। ਮੈਂ 6 ਵਾਰ ਮਿਹਨਤ ਨਾਲ ਉੱਤਰ ਦਿੱਤਾ ਅਤੇ 7ਵੀਂ ਵਾਰ ਉੱਤਰ ਕਿਉਂ ਦਿੱਤਾ ਜਾਣਦੇ ਹੋ? ਤਾਂ ਕਿ ਉਹਨੂੰ 7ਵੀਂ ਵਾਰ ਸਮਝ ਆ ਸਕੇ। ਅਗਰ ਜੇ ਉਹ ਸਮਝ ਨਹੀਂ ਪਾਏਗਾ ਤਾਂ 6 ਵਾਰ 7 ਵਾਰ ਮੇਰੀ ਕੋਸ਼ਿਸ਼ ਵਿਅਰਥ ਹੋ ਜਾਏਗੀ। ਜਦੋਂ ਤੱਕ ਮੇਰਾ ਬੱਚਾ ਸਮਝ ਨਾ ਜਾਵੇ ਉਦੋਂ ਤੱਕ ਮੈਂ ਆਤਮਿਕ ਗੱਲਾਂ ਇਸ ਨੂੰ ਸਿਖਾਉਂਦੀ ਰਵਾਂਗੀ। ਧੀਰਜ। ਭੈਣੋ ਤੇ ਭਰਾਓ ਧਿਆਨ ਨਾਲ ਸੁਣੋ, ਬੱਚਿਆਂ ਨੂੰ ਪਾਲਣ ਦੇ ਲਈ ਧੀਰਜ ਚਾਹੀਦਾ ਹੈ। ਜੇ ਪਤੀ ਨੂੰ ਸਹਿਣਾ ਹੈ ਤਾਂ ਧੀਰਜ ਚਾਹੀਦਾ, ਜੇ ਪਤਨੀ ਨੂੰ ਸਹਿਣਾ ਹੈ ਤਾਂ ਧੀਰਜ ਚਾਹੀਦਾ। ਸੱਸ ਨੂੰ ਸਹਿਣਾ ਹੈ, ਸਹੁਰੇ ਨੂੰ ਸਹਿਣਾ ਹੈ, ਬਹੂ ਨੂੰ ਸਹਿਣ ਦੇ ਲਈ ਕੀ ਚਾਹੀਦਾ ਹੈ? ਧੀਰਜ ਚਾਹੀਦਾ ਹੈ। ਹੰਨਾ ਪਤੀ ਨੂੰ ਸਹਿ ਪਾਈ, ਦੁੱਖ ਦੇਣ ਵਾਲੀ ਭੈਣ ਨੂੰ ਵੀ ਬਰਦਾਸ਼ਤ ਕਰ ਸਕੀ। ਕਿਵੇਂ? ਧੀਰਜ ਦੇ ਨਾਲ ਉਸਨੇ ਸਾਬਤ ਕਰਕੇ ਦਿਖਾਇਆ। ਕਿਵੇਂ? ਪ੍ਰਾਰਥਨਾ ਦੇ ਨਾਲ। ਪ੍ਰਭੂ ਨੇ ਉਹਦੇ ਧੀਰਜ ਨੂੰ ਵੇਖਿਆ, ਸਹਿਨਸ਼ੀਲਤਾ ਨੂੰ ਵੇਖਿਆ, ਉਸ ਨੂੰ ਆਸ਼ੀਸ਼ ਦਿੱਤੀ। ਪਨਿੰਨਾ ਦੇ ਬਹੁਤ ਸਾਰੇ ਬੱਚੇ ਸੀ। ਇੱਕ ਦਾ ਨਾਮ ਦੱਸੋ। ਪਨਿੰਨਾ ਨੇ ਬਹੁਤ ਸਾਰੇ ਬੱਚੇ ਜਨਮੇ, ਉਹਨਾਂ ਦਾ ਕੀ ਹੋਇਆ ਦੱਸੋ? ਪਨਿੰਨਾ ਨੇ ਬਹੁਤ ਸਾਰੇ ਬੇਟੇ ਬੇਟੀਆਂ ਨੂੰ ਜਨਮ ਦਿੱਤਾ, ਉਹਨਾਂ ਦਾ ਅਤਾ ਪਤਾ ਕੀ ਹੈ? ਨਹੀਂ ਪਤਾ। ਹੰਨਾ ਦਾ ਪੁੱਤਰ ਜਨਮਿਆ ਧੀਰਜ ਦੇ ਨਾਲ, ਸਹਿਨਸ਼ੀਲਤਾ ਦੇ ਨਾਲ, ਪ੍ਰਾਰਥਨਾ ਦੇ ਨਾਲ ਜਨਮਿਆ ਹੋਇਆ। ਸ਼ੈਮੂਏਲ ਕੀ ਬਣਿਆ? ਇੱਕ ਅਦਭੁਤ ਭਵਿਸ਼ਯਵਕਤਾ, ਇੱਕ ਅੰਤਿਮ ਨਿਆਈ, ਮਹਾਨ ਯਾਜਕ। ਇਹ ਕਿਵੇਂ ਹੋ ਪਾਇਆ? ਧੀਰਜ ਅਤੇ ਸਹਿਨਸ਼ੀਲਤਾ ਨਾਲ ਇੱਕ ਮਾਂ ਦੁਆਰਾ ਕੀਤੀ ਹੋਈ ਪ੍ਰਾਰਥਨਾ ਦੇ ਕਾਰਨ ਇੱਕ ਅਦਭੁਤ ਸੇਵਕ ਦਾ ਜਨਮ ਹੋਇਆ। ਧੀਰਜ ਚਾਹੀਦਾ, ਕੰਮ 'ਚ ਧੀਰਜ ਚਾਹੀਦਾ, ਯਾਤਰਾ ਵਿੱਚ ਧੀਰਜ ਚਾਹੀਦਾ। ਉਸੇ ਤਰ੍ਹਾਂ ਪਤੀ ਦੇ ਨਾਲ, ਪਤਨੀ ਦੇ ਨਾਲ, ਬੱਚਿਆਂ ਦੇ ਨਾਲ ਅਤੇ ਹਰ ਇੱਕ ਇਨਸਾਨ ਦੇ ਨਾਲ ਧੀਰਜ ਚਾਹੀਦਾ ਹੈ। ਉਸੇ ਤਰ੍ਹਾਂ ਯਾਤਰਾ ਦੇ ਵਿੱਚ ਵੀ ਧੀਰਜ ਚਾਹੀਦਾ ਹੈ। ਸੁਬਹ ਹੁੰਦੇ ਹੀ ਤੁਸੀਂ ਜਲਦੀ ਨਾਲ ਬੱਸ ਸਟੈਂਡ ਜਾਂਦੇ ਹੋ। ਬੜਾ ਗੁੱਸਾ ਆਉਂਦਾ ਹੈ, ਕਿਉਂ? ਕਿਉਂਕਿ ਬੱਸ ਨਹੀਂ ਆਈ। ਬਹੁਤ ਗੁੱਸਾ ਆਉਂਦਾ ਹੈ, ਕਿਉਂ? ਕਿਉਂਕਿ ਆਟੋ ਨਹੀਂ ਆ ਰਿਹਾ। ਬਹੁਤ ਗੁੱਸਾ ਆਉਂਦਾ ਹੈ, ਕਿਉਂ? ਟ੍ਰੇਨ ਨਹੀਂ ਆ ਰਹੀ, ਇਸ ਲਈ। ਟ੍ਰੇਨ ਆ ਗਈ, ਅੰਦਰ ਜਾਣ ਤੇ ਫਿਰ ਗੁੱਸਾ, ਕਿਉਂ? ਸੀਟ ਨਹੀਂ ਮਿਲੀ। ਧੀਰਜ ਨਾਲ ਇੰਤਜ਼ਾਰ ਕਰਨਾ ਹੈ, ਵੇਖਦੇ ਰਹਿਣਾ ਹੈ ਕਿ ਸੀਟ ਕਿੱਥੇ ਖਾਲੀ ਹੋਵੇਗੀ, ਕਿਹੜੀ ਸੀਟ ਖਾਲੀ ਹੋਵੇਗੀ। ਯੈਸ। ਅਗਰ ਤੁਸੀਂ ਧਿਆਨ ਨਾਲ ਵੇਖੋਗੇ, ਲਾਈਨ 'ਚ ਖੜੇ ਹੋਣ ਦੇ ਲਈ ਵੀ ਧੀਰਜ ਚਾਹੀਦਾ ਹੈ, ਟਿਕਟ ਲੈਣ ਦੇ ਲਈ ਧੀਰਜ ਚਾਹੀਦਾ ਹੈ, ਟ੍ਰੇਨ 'ਚ ਚੜ੍ਹਨ ਦੇ ਲਈ ਧੀਰਜ ਚਾਹੀਦਾ ਹੈ, ਆਟੋ ਦੇ ਲਈ ਧੀਰਜ ਚਾਹੀਦਾ ਹੈ। ਫਿਰ ਆਫਿਸ ਪਹੁੰਚਣ ਤੋਂ ਬਾਅਦ ਸਭ ਕੁਝ ਸਹਿਣਾ ਹੈ। ਭੈਣੋ ਅਤੇ ਭਰਾਵੋ, ਇਸ ਤਰ੍ਹਾਂ ਸਪੀਡ ਨਾਲ ਜਾਂਦੇ ਹੋਏ ਰੋਡ ਤੇ ਇਸ ਤਰ੍ਹਾਂ ਰੈੱਡ ਲਾਈਟ ਚੱਲਣੀ ਸ਼ੁਰੂ ਹੋ ਜਾਂਦੀ ਆ। ਧੀਰਜ ਚਾਹੀਦਾ। ਇਸ ਦੌਰਾਨ ਕੋਈ ਆ ਕੇ ਕਾਰ ਖੜੀ ਕਰ ਦਿੰਦਾ ਹੈ, ਧੀਰਜ ਚਾਹੀਦਾ। ਯਾਤਰਾ ਵਿੱਚ ਧੀਰਜ ਚਾਹੀਦਾ ਹੈ। ਸਭ ਤੋਂ ਅੱਗੇ ਸਪੀਡ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜ਼ਰੂਰ ਪਹੁੰਚੋਗੇ। ਤੁਸੀਂ ਕਿਉਂ ਹੱਸ ਰਹੇ ਹੋ? ਜੇ ਤੁਹਾਡੇ 'ਚ ਕੋਈ ਸਪੀਡ 'ਚ ਜਾਣ ਦੀ ਕੋਸ਼ਿਸ਼ ਕਰੇ ਤਾਂ ਜ਼ਰੂਰ ਪਹੁੰਚੋਗੇ। ਸਭ ਤੋਂ ਪਹਿਲਾਂ ਪਹੁੰਚ ਜਾਓਗੇ। ਕਿੱਥੇ ਦੱਸੋ? ਬੋਲੋ। ਕੀ ਤੁਸੀਂ ਯਾਤਰਾ ਵਿੱਚ ਤੇਜ਼ੀ ਨਾਲ ਜਾ ਰਹੇ ਹੋ? ਮੈਂ ਪਹਿਲਾਂ ਦੱਸ ਚੁੱਕਿਆ, ਫਿਰ ਤੋਂ ਦੱਸ ਰਿਹਾ ਹਾਂ। ਜੇ 80 ਦੀ ਸਪੀਡ ਤੇ ਜਾ ਰਹੇ ਹੋ ਤਾਂ ਇਸ ਗੀਤ ਨੂੰ ਤੁਸੀਂ ਗਾ ਲਓ। ਉਹ ਕਿਹੜਾ ਗੀਤ ਹੈ? ਪਰਮੇਸ਼ਵਰ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। 100 ਦੀ ਸਪੀਡ ਤੇ ਜਾਂਦੇ ਸਮੇਂ ਯਿਸੂ ਦੇ ਨਾਲ ਮੈਂ ਚੱਲਣ ਲਗਾ। ਮੰਨ ਲਓ 110 ਦੀ ਸਪੀਡ ਤੇ ਤੁਸੀਂ ਜਾ ਰਹੇ ਹੋ। सियोन देश हमारा है देश, रहते हैं हम परदेश। ਮੰਨ ਲਓ 120 ਦੀ ਸਪੀਡ ਤੇ ਤੁਸੀਂ ਜਾ ਰਹੇ ਹੋ ਤਾਂ ਪਰਦੇਸੀ ਹਾਂ ਮੈਂ ਇਸ ਦੁਨੀਆ ਵਿੱਚ। ਮੰਨ ਲਓ 140 ਦੀ ਸਪੀਡ ਤੇ ਤੁਸੀਂ ਜਾ ਰਹੇ ਹੋ। ਮੈਂ ਆਉਂਦਾ ਹਾਂ
ਤੇਰੇ ਕੋਲ। ਜੇ 160 ਦੀ ਸਪੀਡ ਤੇ ਜਾ ਰਹੇ ਹੋ ਤਾਂ ਯਾਦਗਾਰੀ ਦੀ ਸਭਾ। ਹੁਣ ਕੀ ਰਹੇਗਾ ਉੱਥੇ ਦੱਸੋ? ਧਿਆਨ ਨਾਲ ਸੁਣੋ। ਯਾਤਰਾ ਦੇ ਵਿੱਚ ਅਸੀਂ ਧੀਰਜ ਰੱਖਣਾ ਹੈ। ਯਾਦ ਰੱਖੋ, ਸਭ ਤੋਂ ਅੱਗੇ ਨਿਕਲ ਜਾਣਾ ਹੈ। ਚਲੇ ਜਾਓਗੇ। ਕਿਤੇ ਇਸ ਤਰ੍ਹਾਂ ਨਾ ਹੋਵੇ। ਇਹ ਜੀਵਨ ਇੱਕ ਯਾਤਰਾ ਹੈ। ਇਹ ਸੱਚ ਨੂੰ ਜਾਣ ਕੇ, ਸਮਝ ਕੇ ਇਸ ਗੱਲ ਨੂੰ ਯਾਦ ਰੱਖੋ। ਜਿੱਥੇ ਰੋਡ ਬਣਦਾ ਹੁੰਦਾ ਹੈ ਉੱਥੇ ਕੀ ਲਿਖਿਆ ਹੁੰਦਾ ਹੈ ਜਾਣਦੇ ਹੋ? ਵਰਕ ਇਜ਼ ਇਨ ਪ੍ਰੋਗਰੈਸ, ਰੋਡ ਅੰਡਰ ਕੰਸਟਰਕਸ਼ਨ। ਤੁਸੀਂ ਯਾਤਰਾ ਖਤਮ ਕਰਕੇ ਉਸ ਰੋਡ ਦੀ ਜਦੋਂ ਯਾਤਰਾ ਖਤਮ ਕਰਦੇ ਹੋ ਉਹਦੇ ਆਖਰ 'ਚ ਇਹ ਲਿਖਿਆ ਹੁੰਦਾ ਹੈ, ਥੈਂਕ ਯੂ ਫॉर योर ਪੇਸ਼ੈਂਸ, ਕੰਸਟਰਕਸ਼ਨ ਇਜ਼ ਓਵਰ। ਯਾਤਰਾ ਖਤਮ ਹੋਣ ਤੋਂ ਬਾਅਦ ਰੋਡ ਤੇ ਇੱਕ ਬੋਰਡ ਹੁੰਦਾ ਹੈ। ਉਹ ਕੀ ਹੈ? ਤੁਹਾਡੇ ਧੀਰਜ ਦੇ ਲਈ ਤੁਹਾਡਾ ਧੰਨਵਾਦ, ਯਾਤਰਾ ਖਤਮ ਹੋਈ। ਭੈਣੋ ਅਤੇ ਭਰਾਵੋ, ਇੱਕ ਦਿਨ ਪ੍ਰਭੂ ਸਾਨੂੰ ਵੇਖ ਕੇ ਕਹਿ ਸਕੇ, ਕੀ ਕਹਿ ਸਕੇ? ਮੈਂ ਤੁਹਾਡੇ ਜੀਵਨ 'ਚ ਕੰਸਟਰਕਸ਼ਨ ਕਰਨੀ ਚਾਹੀ, ਪੂਰੀ ਤਰ੍ਹਾਂ ਨਾਲ ਬਣਾ ਚੁੱਕਿਆ ਹਾਂ। ਥੈਂਕ ਯੂ ਫॉर योर ਪੇਸ਼ੈਂਸ, ਤੁਹਾਡੇ ਧੀਰਜ ਦੇ ਲਈ ਧੰਨਵਾਦ। ਇਸ ਤਰ੍ਹਾਂ ਪਰਮੇਸ਼ਵਰ ਸਾਨੂੰ ਕਹਿ ਸਕੇ। ਖਤਮ ਕਰ ਰਿਹਾ ਹਾਂ। ਹਰ ਇੱਕ ਨਿਰਮਾਣ ਜ਼ਰੂਰ ਸਾਨੂੰ ਪਰੇਸ਼ਾਨ ਕਰਦਾ ਹੈ। ਜੇ ਪੁਲ ਬਣ ਰਿਹਾ ਹੈ ਤਾਂ ਯਾਤਰਾ ਮੁਸ਼ਕਿਲ ਹੁੰਦੀ ਆ। ਜੇ ਰੋਡ ਬਣ ਰਿਹਾ ਹੈ ਤਾਂ ਸਾਡੇ ਲਈ ਸਫ਼ਰ ਕਰਨਾ ਮੁਸ਼ਕਿਲ ਹੁੰਦਾ ਹੈ। ਕਿ ਪਰਮੇਸ਼ਵਰ ਸਾਡੇ ਜੀਵਨ ਨੂੰ ਬਣਾ ਰਹੇ ਹੈ। ਇਹ ਆਤਮਿਕ ਜੀਵਨ ਮੁਸ਼ਕਿਲ ਹੋਵੇਗਾ, ਪਰ ਇੱਕ ਗੱਲ ਸੱਚ ਹੈ, ਇਸ ਮੁਸ਼ਕਿਲ ਵਾਲੀ ਆਤਮਿਕ ਯਾਤਰਾ ਵਿੱਚ ਅਸੀਂ ਖਤਮ ਕਰ ਪਾਵਾਂਗੇ ਤਾਂ ਪਰਮੇਸ਼ਵਰ ਸਾਨੂੰ ਕਹੇਗਾ, ਯੋਰ ਕੰਸਟਰਕਸ਼ਨ ਇਜ਼ ਓਵਰ, ਥੈਂਕ ਯੂ ਫॉर योर ਪੇਸ਼ੈਂਸ। ਮੈਂ ਤੁਹਾਨੂੰ ਜਿਸ ਤਰ੍ਹਾਂ ਸੋਚਿਆ ਅਤੇ ਉਸੇ ਤਰ੍ਹਾਂ ਤੁਹਾਨੂੰ ਬਣਾਇਆ। ਤੁਸੀਂ ਧੀਰਜ ਨਾਲ ਮੇਰੇ ਨਾਲ ਚੱਲਦੇ ਰਹੇ, ਤੁਹਾਡਾ ਧੰਨਵਾਦ। ਜੇ ਇਸ ਤਰ੍ਹਾਂ ਪਰਮੇਸ਼ਵਰ ਕਹਿ ਰਿਹਾ ਤਾਂ ਜ਼ਰੂਰ ਅਸੀਂ ਧੀਰਜ ਦੇ ਨਾਲ ਸਿੱਖਦੇ ਹੋਏ ਇਸ ਜੀਵਨ ਦੀ ਯਾਤਰਾ ਨੂੰ ਅੱਗੇ ਵਧਾਵਾਂਗੇ। ਆਓ ਪ੍ਰਾਰਥਨਾ ਕਰੀਏ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਕਲੇਸ਼ ਧੀਰਜ ਨੂੰ ਲੈ ਕੇ ਆਉਂਦਾ ਹੈ ਅਤੇ ਧੀਰਜ ਨਾਲ ਆਸ ਆਉਂਦੀ ਹੈ। ਅਤੇ ਆਸ ਪਿਤਾ, ਅਸੀਂ ਆਪਣੇ ਜੀਵਨ 'ਚ ਜਿਨ੍ਹਾਂ ਨੂੰ ਪਾਉਣ ਦੀ ਆਸ ਕਰਦੇ ਹਾਂ ਉਹਦਾ ਅਧਿਕਾਰ ਮਿਲਦਾ ਹੈ। ਅੱਜ ਸਾਡੇ ਜੀਵਨ ਵਿੱਚ ਜਲਦਬਾਜ਼ੀ ਦੇ ਕਾਰਨ, ਜਲਦਬਾਜ਼ੀ ਨਾਲ ਗੱਲ ਕਰਨ ਦੇ ਕਾਰਨ, ਜਲਦਬਾਜ਼ੀ ਦੇ ਵਿਵਹਾਰ ਦੇ ਨਾਲ, ਜਲਦਬਾਜ਼ੀ ਦੇ ਫੈਸਲਿਆਂ ਨਾਲ ਬਹੁਤ ਦੁੱਖ ਸਹਿਆ, ਬੜੇ ਨੁਕਸਾਨ ਦਾ ਸਾਹਮਣਾ ਕੀਤਾ। ਅੱਜ ਪਿਤਾ, ਬਹੁਤਿਆਂ ਦਾ ਜੀਵਨ ਨਾਸ਼ ਹੋ ਰਿਹਾ ਹੈ, ਪਰਿਵਾਰ ਬਰਬਾਦ ਹੋ ਰਹੇ ਅਤੇ ਕਾਰੋਬਾਰ ਨਾਸ਼ ਹੋ ਰਹੇ ਹੈ ਤਾਂ ਇਹ 90% ਜਲਦਬਾਜ਼ੀ ਦੇ ਕਾਰਨ ਹੀ। ਪਿਤਾ, ਅੱਜ ਬਹੁਤ ਹੀ ਸਪਸ਼ਟ ਗੱਲਾਂ ਕੀਤੀਆਂ। ਕੋਈ ਵੀ ਦੁੱਖ ਅਤੇ ਤਕਲੀਫ ਆਵੇ, ਵਿਪਤਾ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਿਤਾ ਤੁਹਾਡੀ ਹਜ਼ੂਰੀ 'ਚ ਆਉਣਾ ਹੀ ਕਾਫੀ ਹੈ। ਸਾਨੂੰ ਉੱਤਰ ਮਿਲ ਜਾਂਦਾ ਹੈ। ਭੈਣੋ ਅਤੇ ਭਰਾਵੋ, ਤੁਸੀਂ ਕਿੰਨਾ ਹਾਲਾਤਾਂ ਵਿੱਚ ਹੋ ਤੁਸੀਂ ਜਾਣਦੇ ਹੋ। ਕਿਹੜੇ ਹਾਲਾਤਾਂ 'ਚੋਂ ਤੁਸੀਂ ਨਿਕਲ ਰਹੇ ਹੋ ਤੁਸੀਂ ਜਾਣਦੇ ਹੋ। ਹਰ ਇੱਕ ਧੀਰਜ ਅਤੇ ਸਬਰ ਦੇ ਨਾਲ, ਕੰਮ ਦੇ ਵਿੱਚ, ਪਤੀ ਦੇ ਨਾਲ, ਪਤਨੀ ਦੇ ਨਾਲ, ਬੱਚਿਆਂ ਦੇ ਨਾਲ, ਹਰ ਇੱਕ ਜਨ ਦੇ ਨਾਲ ਅਤੇ ਯਾਤਰਾ ਵਿੱਚ ਧੀਰਜ ਨਾਲ ਚੱਲ ਸਕੇ। ਪਿਤਾ, ਇਸ ਤਰ੍ਹਾਂ ਦਾ ਅਨੁਗ੍ਰਹਿ ਹੋਣ ਤੇ ਸਾਡੇ ਲਈ ਕਾਫੀ ਹੈ। ਸਾਡਾ ਜੀਵਨ ਧਨ ਹੋ ਜਾਵੇਗਾ। ਹੰਨਾ ਦੇ ਵਰਗਾ ਜੀਵਨ ਸਾਨੂੰ ਵੀ ਦੇ ਦਿਓ। ਪ੍ਰਭੂ ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, हैदराबाद 72।